ਰੈਜ਼ੋਲੂਸ਼ਨਸ ਦੀ ਅਪਰੂਵਲ ਲਈ 5 ਜੈਕਾਰੇ ਸਮੁੱਚੇ ਡੈਲੀਗੇਟਸ ਵੱਲੋਂ। ਸ੍ਰੀ ਅਕਾਲ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੈ ਰਿੰਝਾਣ ਦਾ, ਸਭ ਸੁਖਾਲੀ ਉੱਠਿਆ ਇਹ ਹੋਆ ਹਲੀਮੀ ਰਾਜ ਜਿਉ। ਗੁਰੂ ਅਰਜਨ ਸਾਹਿਬ ਨੇ ਕੁੱਲ ਇਨਸਾਨੀਅਤ ਦੇ ਲਈ ਉਹ ਰਾਜ ਭਾਗ ਸਿਰਜਣ ਦਾ ਕਾਨਸੈਪਟ ਦਿੱਤਾ ਜਿਸ ਦੇ ਵਿੱਚ ਕੋਈ ਕਿਸੇ ਨੂੰ ਰਿੰਝਾਏਗਾ ਨਹੀਂ, ਤੰਗ ਨਹੀਂ ਕਰੇਗਾ, ਕਿਸੇ ਦੇ ਮਨੁੱਖੀ ਹੱਕ ਖੋਏ ਨਹੀਂ ਜਾਣਗੇ, ਸਾਰੇ ਸੁਖੀ ਵਸਣਗੇ। ਇਹ ਹਲੀਮੀ ਰਾਜ ਹੈ ਔਰ ਇਹ ਰਾਜ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ। ਜਦੋਂ ਭਾਈ ਸੱਤਾ ਤੇ ਬਲਵੰਡ ਨੇ ਇਹ ਫਰਮਾਇਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਇਹ ਰਾਜ ਗੁਰੂ ਨਾਨਕ ਦਾ, ਜਿਸ ਦਾ ਕਿਲਾ ਸੱਚ ਦਾ ਤੇ ਜਿਸ ਦੀ ਨੀਂਹ ਬੜੀ ਪੁਖਤਾ ਹੈ, ਪਤਾਲ ਦੇ ਵਿੱਚ ਹੈ। ਅਬ ਚੱਲ ਨੀਂਵ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਇਹ ਰਾਜ ਭਾਗ ਜਿਹੜਾ 1710 ਵਿੱਚ ਪਹਿਲੀ ਵਾਰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਥਾਪਿਤ ਹੁੰਦਾ ਤੇ ਸਿੱਖ ਰਾਜ ਦੇ ਸਿੱਕੇ ਦੇ ਉੱਤੇ, ਸਿੱਖ ਰਾਜ ਦੀ ਮੋਹਰ ਦੇ ਉੱਤੇ ਲਫ਼ਜ਼ ਉਕਰੇ ਜਾਂਦੇ ਨੇ। ਸਿੱਖ ਰਾਜ ਦੀ ਮੋਹਰ ਹੈ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਨਹਿੰਡਰਡ ਸਪਲਾਈਜ਼, ਅਤੁੱਟ ਬਖਸ਼ਿਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਤੇ ਸਿੱਕੇ ਦੇ ਉੱਤੇ ਲਫ਼ਜ਼ ਉਕਰੇ ਜਾਂਦੇ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਸਾਨੂੰ ਇਹ ਗੁਰੂ ਨਾਨਕ ਸਾਹਿਬ ਦੀ ਤੇਗ, ਸੱਚ ਦਾ ਕਿਲਾ, ਸੱਚ ਦੀ ਤੇਗ, ਕਿਉਂਕਿ ਸੱਚ ਨਾ ਪੁਰਾਣਾ ਹੁੰਦਾ, ਸੱਚ ਨੂੰ ਕੋਈ ਹਿਲਾ ਨਹੀਂ ਸਕਦਾ। ਤੇ ਗੁਰੂ ਨਾਨਕ ਨੇ ਆਪਣੇ ਮੁਰੀਦਾਂ ਦੇ ਅੰਦਰ, ਸਿੱਖਾਂ ਦੇ ਅੰਦਰ ਇਹੀ ਜਿਹੜਾ ਸਿਧਾਂਤ ਭਰਿਆ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਸ ਤੋਂ ਪਹਿਲਾਂ ਤਾਕਤਵਰ ਜਰਵਾਣਿਆਂ ਹਾਕਮਾਂ ਦੀ ਗੱਲ ਕਰਦਿਆਂ ਗੁਰੂ ਸਾਹਿਬ ਨੇ ਫਰਮਾਇਆ ਸੀ, ਆਣ 78 ਹੈ ਜਾਣ 97, ਹੋਰ ਭੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਬਹੁਤ ਵਾਰ ਸਿੱਖ ਹਿਸਟੋਰੀਅਨ 98 ਤੇ 97 'ਚ ਕਿਤੇ ਬਾਬਰ ਤੇ ਬਘੇਲ ਸਿੰਘ ਤੇ ਇਸ ਨਾਲ ਕੰਪੇਅਰ ਕਰਦੇ ਨੇ। ਨਹੀਂ, ਇਹੀ ਆਣ 78 ਜਾਣ 97। ਇਹ ਜਿਹੜੇ ਰਾਜੇ ਹੁੰਦੇ ਨੇ, ਜ਼ੁਲਮ ਕਰਨ ਵਾਲੇ ਹੁੰਦੇ ਨੇ, ਇਹ 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ। ਅਲਟੀਮੇਟਲੀ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਕਿ ਇਸ ਧਰਤੀ ਦੇ ਉੱਤੇ ਉਹ ਇਨਸਾਨ ਹੁਣ ਖੜੇ ਹੋਣਗੇ ਜਿਹੜੇ ਸੱਚ ਦੀ ਬਾਤ ਕਰਨਗੇ, ਸੱਚ ਦੇ ਕਿਲੇ ਦੇ ਜਿਹੜੇ ਨੇ ਉਹ ਉਸ ਕਿਲੇ 'ਚ ਰਹਿਣ ਵਾਲੇ ਨੇ। ਤੇ ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ। ਕੂੜ ਹਾਰਦਾ, ਝੂਠ ਹਾਰਦਾ, ਔਰ ਸੱਚ ਜਿਹੜਾ ਉਹ 100 ਪਰਦੇ ਪਾੜ ਕੇ ਵੀ ਬਾਹਰ ਆ ਜਾਂਦੇ। ਪਿਛਲੇ 7 ਘੰਟੇ ਦੀ ਕਾਰਵਾਈ ਔਰ ਤੁਹਾਡੀਆਂ ਸਭ ਦੀਆਂ ਨਜ਼ਰਾਂ ਇਸ ਡੈਸਕ 'ਤੇ ਟਿਕੀਆਂ ਹੋਈਆਂ ਨੇ। ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਅੱਡ-ਅੱਡ ਚੈਨਲਸ ਰਾਹੀਂ TV 84 ਦੇ ਕੋਲ ਪ੍ਰੀਮੀਅਰ ਫੀਡ ਹੈ। ਦੁਨੀਆ ਭਰ ਦੇ ਵਿੱਚ ਇਸ ਨੂੰ ਸਾਡੇ ਵਿਊਅਰਸ ਦੇਖ ਰਹੇ ਨੇ। ਤੇ ਇਹ 3 ਫੁੱਟੀ ਸ੍ਰੀ ਸਾਹਿਬ ਕਿਰਪਾਨ ਮੈਨੂੰ ਇਹ ਮਾਣ ਦਿੱਤਾ ਹੈ ਵਰਲਡ ਸਿੱਖ ਇਸ ਫੋਰਮ ਨੇ, ਪਾਰਲੀਮੈਂਟ ਨੇ
कि मैं इस कुर्सी ते बैठे, काबल तो नहीं, पर फिर भी ये जो गुरु नानक बख्शंद हुंदे ने, बख्शिश करते ने, तो फिर वो मान मिलता है जिसनों गुरु साहब ने ये याद दहानी करवाई कि हम रुलते फिरते कोई बात ना पूछता, गुर सतगुर संग कीरे हम थापे। गुरु की वड्याई, गुरु की बख्शिश है कि कीड़ियां नूं पातशाह बना दिंदा है, थाप दिंदा है। पिंगल पर्बत पार परे खल चतरब कीता, महिमा साधु संग की सुनो मेरे मीता। पिंगले पहाड़ां ते चढ़ जाते हैं। और ये जदों असी इस श्री साहिब वाल मेरा ध्यान, जदों मैं बैठ कल बेशक लेट आए, डालस तो फ्लाई किया, तो मेरे मन च एक गल आई। मैं कहा कि सचमुच खालिस्तान की पार्लीमेंट के स्पीकर की टेबल तो श्री साहब ही होनी चाहिए। और एक इतिहासक वाक़या है, वीर रजिंदर सिंह बाबा बंदा सिंह बहादुर सोसाइटी नाल जुड़े हो बरदार जिहड़ा पूरी अलर्ट हालत दे विच हुंदा है, वो पातशाह दियां निशानियां ने। ते जिहड़ी मीरी दी निशानी है, मीर अमीर तो आया, सॉवरन जिस दा मतलब है। और जिस नूं जदों गुरु हरगोबिंद साहब ने मीरी पीरी दियां दो तलवारां पहनियां सन, ते साडे पहले ढाडी इतिहास दे भाई नत्था ते अब्दुल्ला, उन्होंने पहली वो वार लिखी सी ढाडियां दी। उस दो तलवारी बधियां, एक मीरी दी, एक पीरी दी, एक अजमत दी, एक राज दी, एक राखी करे वजीर दी, पग तेरी की जहांगीर दी। लाइन खिंची गई सी कि जे अजमत बचाउणी है, जे पत बचाउणी है, जे हक बचाउणे ने, तो फिर मीरी जरूरी है, मीरी दी तलवार जरूरी है। वो दो निशान साहब अज भी श्री हरमंदर साहिब तो ठीक 84 कदमां दी विथ ते अकाल तखत है। उस वेले दा दिल्ली दा तख्त उस तो 2 फुट उच्चा रखा गया सी। और वो दो निशान साहब यादगारी ने, याद करवांदे ने कि मीरी ते पीरी किवें एक दूसरे दे विच जुड़ी हुई है। हुण पीरी गुरु ग्रंथ साहिब नूं मिलदी है 10वें पातशाह 10 जोत मुकम्मल होने तो बाद। हुण जदों बाबा बंदा सिंह बहादुर नूं रवानगी की जाती है मिशन दे के, तो ये हुंदा है कि अक्सर जदों कोई जंग दा मुगलिया दरबार होए जां ऑटोमैन एम्पायर सल्तनत कोई चैलेंज हुंदा सी, ते विचकार तलवार रखी जाती सी। या उस तो पहला मुगलों के वेले जिन्हों असीं अज भी कई बारी पंजाबी जबान च लफज बीड़ा चुकना कहते हैं, जी उन्हें बीड़ा चुक्या, वो इनफैक्ट उत्ते वो चैलेंज हुंदा सी, बीड़ा रखा हुंदा सी कि जी फलाणे नूं घेरना है, फलाणे नूं ढोना है। कोई जिहड़ा उठदा सी ते उन्होंने तलवार जिहड़ा चुकदा सी, उसनूं फिर शमशीरे बहादुर, शमशेरे जंग, ये वो खिताब दिते जांदे सी। तो जदों ये सवाल आया तो 10वें पातशाह का फरमान जिहड़ा कुछ पुराने साखीकारां ने लिखा है, कर्द हमने खालसे को दी है, कि जिहड़ी तलवार है ये कर्द है, किरपान है, ये खालसे कोल है। बंदा सिंह बहादुर नूं तीर दिते ने, सॉवरनिटी दियां निशानियां, नगारा भी है, निशान साहब भी है, तो कलैक्टिव जदों अज असीं वर्ल्ड सिख पार्लीमेंट की गल करते हैं, 5 सिखां दी कौंसल, ये अपने आप दे विच जिहड़ा डेमोक्रेसी तो साडी संगत दे नाल है। जदों हर फैसला संगत तो लिया जाता है, पुछया जाता है और उन्हां दे नाल ही तय किया जाता है। मैं वेरवे च नहीं जावांगा, तुसीं सारे इतिहास दे वाकफ हो कि 5 सिख ही गुरु अर्जन साहब नूं कंपनी करते हैं जदों अपनी शहादत लई जांदे ने लाहौर। भाई जेठा जी, भाई लंगाहा जी, भाई पिराणा जी, असीं वाकफ है। 5 सिख ही गुरु तेग बहादुर साहब दे नाल दिल्ली नूं जांदे ने, भाई मतीदास, भाई सतीदास, भाई दयाला, भाई जैता इत्यादक। हुण ये कलैक्टिव और 80,000 के इकट्ठ चों रिप्रैजेंटेटिव जिहड़े सिर तली ते रख के आउण वाले ने, वो भी 5 ने। पर हुण ये कर्द हमने खालसे को दी है, क्योंकि कर्द दे नाल, किरपान दे नाल मीरी दा सीधा संबंध है। मीरी और बहुत बार साडे अरदास के लफज असीं बहुत क्विकली निकल जाते हैं। वो जदों तुसीं देखदे हो कि प्रथमे सरबत खालसा जी की अरदास है जी, ये अकाल पुरख नूं असीं अरदास कर रहे हैं। प्रथमे सरबत खालसा जी की अरदास है जी, सरबत खालसा जी को वाहिगुरु 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 चित आवे, चित आवण का सदका सर्ब सुख होवे। जहाँ जहाँ खालसा जी साहिब तहाँ तहाँ रक्षा रियायत, देख तेग फतेह
बिरद की पैज पंथ की जीत, श्री साहिब जी सहाय खालसा जी के बोल बाले। हुण तुसीं श्रोमणी कमेटी वालों अरदास दी कीती ट्रांसलेशन श्री साहिब जी सहाय दी ट्रांसलेशन देखोगे तो उहदे च लिखिया ओ सॉर्ड आई सीक दाई प्रोटैक्शन, कि दुनिया दे अंदर जे कोई प्रोटैक्शन है तो वो इस दी छतर छाया थल्ले ही है। तो 10वें पातशाह का ये फरमान है, खग खंड बिहंडंग खलदल खंडंग अत रण मंडंग वर पंडंग पुज दंड अखंडंग तेज प्रचंडंग जोत अमंडंग पान प्रभंग सुख संता करणंग किलबिक हरणंग दुर्मत धरणंग अस शरणंग जय जय जग कारणं मम प्रतिपारंग जय तेगंग जय तेगंग जय तेगंग। हुण ये है कि जिहड़ा अस दी शरण ते ओ सॉर्ड आई सीक दाई प्रोटैक्शन। हुण ये जदों तक खालसे दे गात्रे एवें नहीं भाई रतन सिंह भंगू ने लिखिया खालसा बादशाह जां बागी। गुलाम लफज असी बहुत बार वरतते हैं जी, असी गुलाम है, ये ईडियम है। गुलामी स्टेट ऑफ माइंड है। जो बादशाह जां बागी है जां खालसा सॉवरन है बादशाह है जां उस बादशाहत लई लड़ रहा है, गुलामी तो स्टेट ऑफ माइंड होंदी है। जिहने गुलामी कबूल लई गुलामी च वो जिउंदा है, जिहड़ा गुलामी नहीं कबूलदा वो शहीद। और बहुत बार राज की जो गल होंदी है तो मैं ये कहना भी असी 3 राज किए ने, क्योंकि पॉपुलरली बंदा सिंह बहादुर और महाराजा रणजीत सिंह दे। मैं क्या एक राज बाबा बोता सिंह बाबा गरजा सिंह ने भी किया, और जिहड़ी उन्हां दी शहादत है बाबा बोता सिंह बाबा गरजा सिंह दी अपनी आज़ाद रियासत दे विच ही हुई है। भावें वो 20 फुट सी 30 फुट का दायरा सी, उन्होंने निशान गढ़ दिता गया सी सॉवरन है चुंगी दिओ साडा राज है। और उस राज नूं डिफेंड करते हैं जदों लाहौर तो हमलावर आउंदे ने बाबा बोता सिंह बाबा गरजा सिंह शहीद होंदे ने। मैं क्या सब तो शॉर्ट लिव्ड ते सब तो छोटी टैरीटरी वाला राज बाबा बोता सिंह बाबा गरजा सिंह ने एस्टैबलिश किया। ये सॉवरनिटी का कानसैप्ट है। एक गल पाई किरपान महज कोई ये सिंबल नहीं है जिवें साडे बहुत सारे कहण की कोशिश करते हैं। ये इस गल की याद दहानी है। और 10वें पातशाह का ये फरमान जे तुसी कदे पर्शियन लिटरेचर देखो, डॉक्टर इकदार करामत चीमा बैठे ने, शेख सादी उसका भी ये शेर आलमोस्ट उन्होंने लाइन्स ते ही है, चुंकारज हमा हीलते दरगुजस्त खलालस्त बुरदन बा शमशीर दस्त, के होवे कम ना पूरा जेकर हीले कर थक जाइए है हलाल नाल तलवारां हत्थी फड़ फड़ वाइए। कि अल्टीमेटली और असी जदों अज ये वर्ल्ड सिख पार्लीमेंट का चौथा सैशन जिहदा ये अज का 7 घंटे का सैशन अनइंटरप्टेड चलिया, बेशक लंच ब्रेक का वक्त सी लेकिन क्योंकि हज़ारां की गिणती व्यूअर जुड़े हुए सी, लाइव चल रहे सी और उन्होंने प्रबंधकों ने पूछा कि किवें ब्रेक। मैं क्या कोई नहीं तुसी कंटिन्यू रहन दिओ, असी जिहड़े इत्थे कोई बैठे हैं भुख जार लांगे, बाबा दर्शन सिंह फेरूमान का ध्यान धर लांगे। पर ये जिहड़ा दुनिया दे विच मैसेज जाना चाहिए कि जिहड़ा खालसा जंग दे मैदान दे विच जिसका कोई सामना नहीं कर सकता, डॉक्टर चीमा जानते हैं। तो जो पर्शियन सोर्सिस देखते हो ਜਿਹੜਾ ਉਹ ਨਾਜ਼ੀ ਉਹ ਕਾਜ਼ੀ ਨੂਰ ਮੁਹੰਮਦ ਉਹਦੇ ਨਾਲ ਆਂਦਾ ਅਬਦਾਲੀ ਦੇ, ਜਿਹੜਾ ਸਿੱਖਾਂ ਨੂੰ ਸੱਗ ਕਹਿੰਦਾ, ਕੁੱਤੇ ਕਹਿੰਦਾ, ਪਰ ਉਹ ਕਹਿੰਦਾ ਨਹੀਂ ਅਗਲੇ ਜਾ ਇਹਨਾਂ ਨੂੰ ਸੱਗ ਨਾ ਕਹੋ। ਜੇ ਤੁਸੀਂ ਦੇਖਣਾ ਕਿ ਬਹਾਦਰੀ ਕਿਹਨੂੰ ਕਹਿੰਦੇ ਨੇ, ਜਰਾ ਸਿੰਘਾਂ ਦੇ ਸਾਹਮਣੇ ਜੰਗ ਦੇ ਮੈਦਾਨ 'ਚ ਆ ਕੇ ਦੇਖੋ। ਇਹਨਾਂ ਵਰਗਾ ਤਲਵਾਰਬਾਜ਼ ਕੋਈ ਨਹੀਂ ਹੈ, ਇਹਨਾਂ ਵਰਗਾ ਕਿਰਦਾਰ ਕਿਸੇ ਦਾ ਨਹੀਂ ਹੈ। ਕਿਵੇਂ ਦੁਸ਼ਮਣ ਦੀਆਂ ਔਰਤਾਂ ਦਾ ਵੀ ਮਾਣ ਕਰਦੇ ਨੇ। ਇਹ ਅਸੀਂ ਜਿਹੜਾ ਸਾਡੇ ਬਜ਼ੁਰਗਾਂ ਨੇ ਇਤਿਹਾਸ ਸਿਰਜਿਆ ਹੋਇਆ, ਜਿਹੜਾ ਸਾਡੇ ਬਜ਼ੁਰਗਾਂ ਨੇ ਅਰਦਾਸ ਦਾ ਹਿੱਸਾ ਬਣਾਇਆ ਕਿ ਭਾਈ ਅਲਟੀਮੇਟਲੀ ਸ੍ਰੀ ਸਾਹਿਬ ਜੀ ਸਹਾਇ। ਸਾਨੂੰ ਜਦੋਂ ਕੋਈ ਹੋਰ ਖਾਲਸਾ ਜੀ ਦਾ ਬੋਲਬਾਲਾ ਵੀ ਜਿਹਨੂੰ ਸਰਦਾਰ ਕਪੂਰ ਸਿੰਘ ਨੇ ਟਰਾਂਸਲੇਸ਼ਨ ਕੀਤੀ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਜਿਹਨੂੰ ਅੱਜ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ। ਇਹ ਉਦੋਂ ਉਹੀ ਅਲਫਾਜ਼ ਨੇ, ਪਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਇਹ ਵੀ ਯਾਦ ਦਹਾਨੀ ਕਰਵਾਈ। श्री मुखवाक भन्यो गरीब नवाज पातशाही 10वीं शस्त्रन के अधीन है राज। ਜਿਹੜੀਆਂ ਕੌਮਾਂ ਸ਼ਸਤਰ ਛੱਡ ਦਿੰਦੀਆਂ ਨੇ, ਬੇਸ਼ੱਕ ਅੱਜ ਜਮਹੂਰੀਅਤ ਦੀ ਗੱਲ ਦੂਸਰਾ ਬਹੁਤ ਚੰਗਾ ਹੈ, ਅਸੀਂ ਵੀ ਉਹਦੇ 'ਚ ਯਕੀਨ ਕਰਦੇ ਹਾਂ, ਪਰ ਜਿਸ ਗੱਲ ਨੂੰ ਕਦੇ ਇਹਨੇ ਮਾਰਟਨ ਲੂਥਰ ਕਿੰਗ ਨੇ ਵੀ ਕਿਹਾ ਸੀ, ਉਹਨੇ ਕਿਹਾ ਸੀ ਕਿ ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ।
ਉਹਦਾ ਕੋਈ ਮਤਲਬ ਨਹੀਂ ਹੈ। ਕਿਉਂਕਿ ਜੇ ਮਾਲਕ ਔਰ ਨੌਕਰ ਦੇ ਉਸ ਰਿਸ਼ਤੇ 'ਚ ਨੌਕਰ ਮੰਨੀ ਜਾਂਦਾ ਜੋ ਮਾਲਕ ਕਹਿੰਦਾ ਤੇ ਕੋਈ ਤਕਰਾਰ ਨਹੀਂ ਹੈ, ਬੜੀ ਹਾਰਮਨੀ 'ਚ ਹੈ। 1000 ਸਾਲ ਜੁੱਤੀਆਂ ਖਾਂਦੇ ਰਹੇ ਉੱਥੇ ਬੈਠੇ। ਉਹ ਅਲਾਉਦੀਨ ਖਿਲਜੀ ਦੇ ਜ਼ਮਾਨੇ ਸੀ ਕਿ ਜੇ ਕੋਈ ਜਿਹੜਾ ਮੋਮਨ ਥੁੱਕਣਾ ਚਾਹੇ ਤਾਂ ਕਾਫਰ ਆਪਣਾ ਮੂੰਹ ਅੱਡਦੇ, ਮੂੰਹ ਅਡਾ ਕੇ ਥੁਕਾਉਂਦੇ ਰਹੇ ਨੇ ਮੂੰਹ ਦੇ ਵਿੱਚ। ਕੌਣ ਕਹਿੰਦਾ ਸੀ? ਉਹਨਾਂ ਨੇ ਸ਼ਲੋਕ ਰਾਜ ਦਿੱਤੇ ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਪਰ ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਕਿਹਾ ਨਹੀਂ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੜ ਜਾਓ। ਇਹ ਤੁਸੀਂ ਇਹਨਾਂ ਸ਼ੀਆਂ ਔਰ ਉਹਨਾਂ ਕੁੱਤਿਆਂ ਵਾਂਗ ਆਮ ਜਨਤਾ ਨੂੰ ਤੁਸੀਂ ਕਰ ਰਹੇ ਹੋ। ਨਹੀਂ, ਤਖਤ ਬਹਿ ਤਖਤ ਹੈ ਕੇ ਲਾਇਕ। ਇਹ ਉਹ ਜ਼ਮਾਨਾ ਸੀ ਰੋਮਨ ਐम्पायर ਕਿ ਜੀ ਗੋਡ ਕਿੰਗ ਕੈਨ ਡੂ ਨੋ ਰੋਂਗ। ਰੱਬ ਨੇ ਬਣਾਏ ਨੇ, ਰੱਬ ਨਹੀਂ ਗਲਤੀ ਕਰਦਾ ਤੇ ਰਾਜਾ ਨਹੀਂ ਕਰਦਾ। ਪਰ ਗੁਰੂ ਨੇ ਕਿਹਾ ਨਹੀਂ, ਤਖਤ ਬਹਿ ਤਖਤ ਹੈ ਕੇ ਲਾਇਕ। ਉਹ ਜਿਹੜਾ ਹੱਕਦਾਰ ਹੈ ਤੇ ਜਿਹੜਾ ਲੋਕਾਂ ਦੇ ਮੁੱਢਲੇ ਹੱਕ ਖੋਹਦਾ ਹੈ, ਉਹ ਗੁਰੂ ਨੇ ਯਾਦ ਦਹਾਨੀ ਕਰਵਾਈ। ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ। ਤੇ ਭਾਈ ਨੰਦ ਲਾਲ ਦਾ ਰਹਿਤਨਾਮਾ ਯਾਦ ਕਰਵਾਉਂਦਾ ਕਿ ਜਦੋਂ ਖਲਕਤ ਦੁਖਦੀ ਹੈ ਤੇ ਫਿਰ ਖਾਲਕ ਦੁਖਦਾ ਹੈ। ਤੇ ਉਹ ਖਾਲਕ ਫਿਰ ਉਸ ਦਾ ਐਂਡ ਕਰ ਦਿੰਦਾ। ਉਹਨਾਂ ਦੀ ਜਿਹੜੀ ਚਿੱਠੀ ਹੈ ਉਹ ਦਰਗਾਹ 'ਚ ਫਟ ਜਾਂਦੀ ਹੈ, ਪਰ ਉਹਦੇ ਲਈ ਕੁਰਬਾਨੀ ਦਾ ਰਸਤਾ ਹੈ। ਜਦੋਂ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਇੱਕ ਦਿਨ ਹੈ ਖਾਸ ਜਿੱਥੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਆਲਰੇਡੀ ਸਾਡੇ ਸਾਊਥ ਏਸ਼ੀਆ ਦੇ ਹੋਰਾਈਜ਼ਨ 'ਤੇ 9 ਅਕਤੂਬਰ ਦਾ ਸੂਰਜ ਚੜ੍ਹ ਚੁੱਕਾ ਹੈ। ਉਹੀ ਅੰਮ੍ਰਿਤ ਵੇਲਾ 4-5 ਵਜੇ ਦਾ, ਜਦੋਂ ਸਾਡੇ ਦੋਵੇਂ ਯੋਧੇ ਜਿੰਦਾ ਤੇ ਸੁੱਖਾ ਮਹਾਰਾਸ਼ਟਰ ਦੀ ਪੂਨਾ ਸ਼ਹਿਰ ਦੇ ਯਰਵਦਾ ਜੇਲ੍ਹ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਫਾਂਸੀ ਦੇ ਤਖਤੇ ਵੱਲ ਜਾ ਰਹੇ ਨੇ। ਜਲਾਦ ਦਾ ਮੂੰਹ ਮਿੱਠਾ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਉਹ ਮੌਤ ਲਾੜੀ ਵਰਨ ਚੱਲੇ ਨੇ। ਤੇ ਉਸ ਸਾਰੇ ਦੌਰ ਦੇ ਵਿੱਚ ਜਦੋਂ ਅਸੀਂ ਅੱਜ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਤੇ ਸ਼ਹੀਦੀ ਦਾ ਚਾਅ ਇਸ ਲਈ ਨਹੀਂ ਸੀ ਕਿ ਜੀ ਸਿੱਖ ਮਰਦੇ ਆਏ ਨੇ, ਮਰਨਾ ਚਾਹੁੰਦੇ ਆ, ਕੋਈ ਸਾਡੀ ਡੈਥ ਵਿਸ਼ ਨਹੀਂ ਹੈ ਵੀ ਅਸੀਂ ਮਰਨਾ। ਕਿਉਂਕਿ ਸਿੱਖਾਂ ਦਾ ਇਹ ਫੇਥ ਰਿਹਾ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਜਦੋਂ ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਕਾਲ ਤਖਤ ਔਰ ਹਰਿਮੰਦਰ ਸਾਹਿਬ ਦੇ ਉਸ ਵਿਚਕਾਰਲੀ ਥਾਂ 'ਤੇ ਜਿੱਥੇ ਸੰਤ ਭਿੰਡਰਾਂ ਵਾਲਿਆਂ ਨੇ, ਭਾਈ ਅਮਰੀਕ ਸਿੰਘ ਨੇ ਸ਼ਹੀਦੀਆਂ ਪਾਈਆਂ ਨੇ 6 ਜੂਨ ਦੀ ਸਵੇਰ ਨੂੰ, ਇਹ ਉਹੀ ਮੁਕਾਮ ਹੈ। ਐਵੇਂ ਨਹੀਂ ਬੁੰਗਾ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ, ਕਿਉਂਕਿ ਅਬਦਾਲੀ ਦਾ ਆਉਣਾ ਸੁਣਿਆ। ਇੱਕ ਤਬਕਾ ਕਹਿੰਦਾ ਜੀ ਚੱਲੀਏ, ਜੋ ਇੱਕ ਗੁਰੀਲਾ ਵਾਰਫੇਅਰ ਦਾ ਸੀ। ਇਹਨਾਂ ਨੇ ਕਿਹਾ ਵੀ ਸਾਨੂੰ ਐਗਜ਼ੈਂਪਸ਼ਨ ਦਿਓ। ਸਰਬੱਤ ਖਾਲਸਾ ਹੋਇਆ, ਫੈਸਲਾ ਹੋਇਆ ਵੀ ਕਰਨਾ ਕੀ ਹੈ। ਉਸ ਖਾਲਸੇ ਨੇ ਇਹੀ ਕਿਹਾ ਵੀ ਦੁਸ਼ਮਣ ਦੀ ਫੌਜ ਬੜੀ ਹੈ। 30 ਸਿੱਖ ਖੜੇ, ਬਾਬਾ ਗੁਰਬਖਸ਼ ਸਿੰਘ ਖੜੇ ਹੋਏ। ਉਹਨਾਂ ਨੇ ਕਿਹਾ ਵੀ ਨਹੀਂ, ਇਹਨਾਂ ਗਲਜੀਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਤੇ ਸਿਰ ਦੇਣਾ ਜ਼ਰੂਰੀ ਹੈ। ਰੱਬ ਅਕਾਲ ਪੁਰਖ ਸਿਰ ਮੰਗਦਾ, ਤੁਰਕਨ ਸਿਰ ਦੇ ਝੂਠਾ ਕਰਾਏ। ਇਹਨਾਂ ਨੂੰ ਝੂਠੇ ਅਕਾਲ ਪੁਰਖ ਦੀ ਦਰਗਾਹ ਤਾਂ ਹੋਣਗੇ ਜਦੋਂ ਅਸੀਂ ਸਿਰ ਦਿਆਂ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਇਹ ਜਿਹੜਾ ਪਾਤਸ਼ਾਹੀ ਦਾਵਾ ਹੈ, ਜਿਹਨੂੰ ਦੀਪ ਸਿੱਧੂ ਨੇ ਬੜਾ ਕਾਮਨ ਫਰੇਜ਼ ਬਣਾ ਕੇ ਯੰਗਰ ਜਨਰੇਸ਼ਨ ਦੇ ਦਿਮਾਗਾਂ 'ਚ ਵੀ ਭਰਿਆ, ਇਹ ਉਹ ਹੈ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਭਾਵਾ। ਵੀ ਖਾਲਸੇ ਦੇ ਦੋਵੇਂ ਹੱਥਾਂ 'ਚ ਲੱਡੂ ਨੇ। ਜੇ ਜਿੱਤ ਗਏ ਤੇ ਇੱਥੇ ਅਸੀਂ ਸੋਵਰਨ ਹੋਵਾਂਗੇ, ਤੇ ਇਸ ਰਸਤੇ ਤੁਰਦਿਆਂ ਜੇ ਸ਼ਹੀਦੀ ਮਿਲੀ, ਗੁਰੂ ਕਲਗੀਧਰ ਦੀ ਗੋਦ ਹੈ, ਇਸ ਤੋਂ ਵੱਡੀ ਕਿਹੜੀ ਪਾਤਸ਼ਾਹੀ ਹੈ। ਪਾਤਸ਼ਾਹਾਂ ਦੇ ਪਾਤਸ਼ਾਹ ਦੀ ਗੋਦ ਮਿਲੇ, ਇਸ ਲਈ ਸ਼ਹੀਦ ਦਾ ਰੁਤਬਾ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਅਸੀਂ 5 ਪਿਆਰਿਆਂ, 14 ਸਾਹਿਬਜ਼ਾਦਿਆਂ, 40 ਮੁਕਤਿਆਂ ਨੂੰ ਫਿਰ ਸ਼ਹੀਦਾਂ ਦਾ ਰੁਤਬਾ। ਜਸਵੰਤ ਸਿੰਘ ਖਾਲੜਾ ਜਦੋਂ ਉਸ ਡਿਕਸੀ ਗੁਰੂ ਘਰ ਦੀ ਸਟੇਜ ਤੋਂ, ਔਰ ਮੈਂ ਉਹਨਾਂ ਨਾਲ ਸਟੇਜ ਸਾਂਝੀ ਕੀਤੀ, ਮੇਰੇ ਮਨ ਦੀਆਂ ਅੱਖਾਂ ਸਾਹਮਣੇ ਉਹ ਪਲ ਨੇ ਸਾਰੇ। ਤੇ ਜਦੋਂ ਕਹਿ ਰਹੇ ਸੀ ਕਿ ਅਸੀਂ ਦੁੱਧ ਵੀ ਮੰਗਦੇ ਹਾਂ, ਪੁੱਤ ਵੀ ਮੰਗਦੇ ਹਾਂ ਗੁਰੂ ਤੋਂ, ਤੇ ਗੁਰੂ ਜਦੋਂ ਬਹੁਤ ਟੁੱਟਦਾ, ਗੁਰਗੱਦੀ ਤਾਂ ਹੁਣ ਰਹੀ ਨਹੀਂ, ਉਦੋਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਜਿਸ ਤੇ ਗੁਰੂ ਬਹੁਤ ਖੁਸ਼ ਹੁੰਦਾ ਉਹਨੂੰ ਸ਼ਹੀਦੀ ਦਿੰਦਾ, ਔਰ ਸ਼ਹੀਦੀ ਮੰਗ ਕੇ ਲਈ। ਔਰ ਮੈਂ ਦੇਖਦਾ ਵੀ ਉਸ ਸ਼ਹੀਦੀ ਦੀ ਬਦੌਲਤ ਸਰਦਾਰ ਜਸਵੰਤ ਸਿੰਘ ਖਾਲੜਾ ਅਖੀਰਲੀ ਅਣਪਛਾਤੀ ਲਾਸ਼ ਬਣੇ। 50,000 ਅਣਪਛਾਤੀਆਂ ਲਾਸ਼ਾਂ ਝੂਠੇ ਪੁਲਿਸ ਮੁਕਾਬਲੇ 92 ਤੋਂ 95 ਤੱਕ, 6 ਸਤੰਬਰ 1995 ਨੂੰ ਜਦੋਂ ਉਹਨਾਂ ਨੂੰ ਘਰੋਂ ਚੁੱਕਿਆ ਜਾਂਦਾ, ਇਹ ਹੈ ਸ਼ਹੀਦ ਦਾ ਰੁਤਬਾ। ਹੁਣ ਅਸੀਂ ਕਿਲਿੰਗ ਸਪਰੀ ਦੀ ਗੱਲ ਕਰੀਏ, ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਲਾਹੌਰ 'ਚ ਕੀਤੀ ਜਾਂਦੀ ਹੈ।
ਇੰਗਲੈਂਡ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਕੀਤਾ ਜਾਂਦਾ ਹੈ। ਭਾਈ ਹਰਦੀਪ ਸਿੰਘ ਨਿੱਜਰ ਇੱਕ ਫਕੀਰ-ਨੁਮਾ ਬੰਦਾ, ਇੱਕ ਸੇਵਾਦਾਰ, ਤੁਸੀਂ ਗੁਰਦੁਆਰੇ ਦੇ ਪ੍ਰਧਾਨ ਉਹਨਾਂ ਨੂੰ ਕਹਿੰਦੇ ਸੀ, ਉਹ ਭਾਵੇਂ ਤੁਸੀਂ ਉਹਨਾਂ ਨੂੰ ਜਾਂ ਜੋੜਿਆਂ 'ਚ ਦੇਖਦੇ ਸੀ ਜਾਂ ਲੰਗਰ 'ਚ ਦੇਖਦੇ ਸੀ, ਖਾਲਿਸਤਾਨ ਰੈਫਰੈਂਡਮ ਦੇ ਝੰਡਾ ਬਰਦਾਰ, ਉਹਨਾਂ ਦਾ ਖੂਨ ਡੁੱਲਦਾ। ਮੈਂ ਜਦੋਂ ਇਹਨਾਂ ਸਾਰੇ 2-3 ਹਫ਼ਤਿਆਂ ਦੀਆਂ ਆਈਆਂ ਤਬਦੀਲੀਆਂ ਦੇਖਦਾ ਕਿ ਇਹ ਹੈ, ਜੇ ਤੁਰਕਾਂ ਦਾ ਝੂਠਾ ਕਰਾਉਣ ਲਈ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸੀਸ ਕਬੂਲ ਹੁੰਦਾ ਸੀ, ਤੇ ਜਦੋਂ ਕੋਈ ਸੀਸ ਕਬੂਲ ਹੁੰਦਾ ਕਿਵੇਂ ਉਹ ਤਬਦੀਲੀ ਕਰਦਾ, ਕਿਵੇਂ ਵਾਕਿਆ ਹੀ ਬਾਬਾ ਗੁਰਬਖਸ਼ ਸਿੰਘ ਜਦੋਂ 30 ਸਾਥੀ ਸਿੰਘਾਂ ਦੇ ਨਾਲ ਜਿਵੇਂ ਉਹ ਜੂਝੇ, ਜਿਵੇਂ ਉਹ ਲੜੇ। ਸਰ ਕਪੂਰ ਸਿੰਘ ਹੋਰਾਂ ਨੇ ਉਹਦੀ ਅੰਗਰੇਜ਼ੀ ਕੀਤੀ ਹੈ, ਕਾਜ਼ੀ ਨੂਰਦੀਨ ਦੀ, ਉਹਨੇ ਕਿਹਾ ਉਹ ਕਿਸ ਕਿਸਮ ਦੇ ਲੋਕ ਸੀ। ਦੇਰ ਵਾਜ਼ ਨੋ ਗ੍ਰੇਨ ਆਫ ਫੀਅਰ ਇਨ ਦੇਅਰ ਸਕਿਨ, ਕਿ ਕੱਲਾ ਕੱਲਾ ਇਵੇਂ ਲੜਿਆ ਜਿਵੇਂ ਉਹਨਾਂ ਨੂੰ ਔਰ ਅੰਦਰ ਗਏ ਉਹਨਾਂ ਨੇ ਕੇਸਰੀ ਬਾਣੇ ਪਹਿਨੇ ਸੀ, ਕੇਸਰੀ ਜਿਹੜਾ ਉਹ ਪੂਰਾ ਅਰਦਾਸਾਂ ਸੋਧ ਕੇ ਗਿਆ ਅਸੀਂ ਮੌਤ ਦੀ ਲਾੜੀ ਵਰਨ ਚੱਲੇ ਹਾਂ। ਕਿਉਂਕਿ ਅੱਜ ਜਦੋਂ ਅਸੀਂ 9 ਅਕਤੂਬਰ ਦੀ ਉਸ ਸਵੇਰ ਨੂੰ ਯਾਦ ਕਰ ਰਹੇ ਹਾਂ, ਇਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੈ ਕਿ ਇਹ ਜਿਹੜਾ ਭੁੱਲ ਗਿਆ ਸੀ 1849 ਤੋਂ ਬਾਅਦ। ਮੈਂ ਸਮਝਦਾ 1977 'ਚ ਪਹਿਲੀ ਵਾਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਦੀਦਾਰ ਕਰਨ ਦਾ ਮੈਨੂੰ ਮੌਕਾ ਮਿਲਿਆ, ਔਰ ਅਜੇ 2 ਮਹੀਨੇ ਪਹਿਲਾਂ ਉਹਨਾਂ ਨੂੰ ਟਕਸਾਲ ਦੀ ਸੇਵਾ ਸੰਭਾਲ ਮਿਲੀ ਸੀ ਜਲੰਧਰ 'ਚ ਮਿੰਟਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ, ਜਿੱਥੇ ਕੀਰਤਨ ਦਰਬਾਰ ਹੁੰਦੇ ਸੀ ਐਨੂਅਲ, ਉਸ ਦੇ ਵਿੱਚ। ਔਰ ਮੈਂ ਇਹ ਦੇਖਿਆ ਕਿ ਭਾਈ ਇਹ ਜਿਹੜਾ 1977 ਤੋਂ 84 ਤੱਕ ਦਾ ਸਫ਼ਰ ਹੈ, ਆਲਮੋਸਟ 7 ਸਾਲ ਦਾ ਪੀਰੀਅਡ ਹੈ, ਕਿੰਨੀ ਵੱਡੀ ਤਬਦੀਲੀ ਜਿਹੜੀ ਹੈ ਉਹ ਕੌਮ 'ਚ ਲਿਆਂਦਾ ਨੇ। ਲੇਕਿਨ ਇੱਕ ਗੱਲ ਜਿਹਦੇ ਤੇ ਬਹੁਤੇ ਹਿਸਟੋਰੀਅਨਸ ਦਾ ਧਿਆਨ ਨਹੀਂ ਹੈ, ਕਿਉਂਕਿ ਜਦੋਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਗੱਲ ਕਰਦੇ ਹਾਂ ਉਹਦੇ 'ਚ ਅਸੀਂ ਸਾਰਿਆਂ ਨੂੰ ਹੀ ਲੈ ਆਉਂਦੇ ਹਾਂ, ਵਿੱਚੇ ਕੂਕੇ ਵੀ ਵਿੱਚ ਹੈ ਵੀ ਨੇ ਉਹ। ਲੇਕਿਨ ਜੇ ਪਹਿਲਾ ਯਤਨ ਹੋਇਆ ਸਿੱਖ ਰਾਜ ਦਾ 1849 ਜਾਣ ਤੋਂ ਬਾਅਦ, ਤੇ ਭਾਈ ਮਹਾਰਾਜ ਸਿੰਘ ਹੈ, ਉਹ ਨਿਰੋਲ ਉਹਨਾਂ ਨੇ ਵਾਪਸ ਉਹੀ ਖਾਲਸਾ ਰਾਜ। ਬਾਕੀ ਤਾਂ ਫਿਰ ਉਹ ਕੂਕਾ ਮੂਵਮੈਂਟ ਹੋਏ, ਗਦਰ ਮੂਵਮੈਂਟ ਹੋਏ, ਤਾਂ ਨੈਸ਼ਨਲਿਜ਼ਮ ਦੇ ਖਾਤੇ 'ਚ ਪਏ। ਤੇ 1849 ਭਾਈ ਮਹਾਰਾਜ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਆਲਮੋਸਟ 150 ਸਾਲ ਬਾਅਦ ਕਿਸੇ ਨੇ ਡਾਇਰੈਕਟ ਕਨੈਕਟ ਕੀਤਾ ਰਾਜ ਦੇ ਕਨਸੈਪਟ ਨਾਲ, ਖਾਲਸਾ ਰਾਜ ਨਾਲ। ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕਿ ਭਾਈ ਤੁਹਾਡਾ ਵਿਰਸਾ ਕੀ ਹੈ, ਤੁਸੀਂ ਤਾਂ ਬਾਦਸ਼ਾਹ ਸੀ, ਤੁਸੀਂ ਤਾਂ ਸ਼ੇਰਾਂ ਦੇ ਪੁੱਤ ਹੋ, ਤੁਸੀਂ ਕਿਹਨਾਂ ਦੀ ਗੁਲਾਮੀ ਆ, ਦਿੱਲੀ ਕੀ ਹੈ, ਤੁਸੀਂ ਇਕੱਠੇ ਹੋਵੋ, ਅਸੀਂ ਲਾਲ ਕਿਲ੍ਹਾ ਫਤਿਹ ਕਰ ਲੈਂਦੇ। ਉਹਨਾਂ ਦੇ ਅਖੀਰਲੇ 20 ਸਤੰਬਰ 1981 ਨੂੰ ਜਦੋਂ ਉਹਨਾਂ ਨੇ ਜਿਹੜਾ ਗ੍ਰਿਫਤਾਰੀ ਦਿੱਤੀ, ਡਾਕਟਰ ਪ੍ਰਿਤਪਾਲ ਸਿੰਘ ਵੀ ਮੇਰੇ ਨਾਲ ਸੀ, ਅਸੀਂ ਉਸ ਸਮਾਗਮ ਦੇ ਵਿੱਚ ਸੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤੇ। ਹੁਣ ਉਹ ਜਿਹੜੀ ਤੁਸੀਂ ਤਬਦੀਲੀ ਦੇਖਦੇ ਹੋ ਇਹਨਾਂ 42 ਸਾਲਾਂ 'ਚ, 29 ਸਤੰਬਰ ਬੀਤਿਆ, ਸਰ ਗਜਿੰਦਰ ਸਿੰਘ ਦਲ ਖਾਲਸਾ, ਭਾਈ ਪ੍ਰਿਤਪਾਲ ਸਿੰਘ ਬੈਠੇ ਨੇ ਬਹੁਤ ਵਾਰੀ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕਿਉਂ ਇੰਨੀ ਅਹਿਮ ਹੋਈ। ਇੱਕ ਘਟਨਾ ਨੇ ਸਾਡੀ ਮੂਵਮੈਂਟ ਨੂੰ ਇੰਟਰਨੈਸ਼ਨਲਾਈਜ਼ ਕੀਤਾ। 39 ਸਾਲਾਂ ਤੋਂ ਜੋ ਅਸੀਂ ਸਾਬਤ ਕਰਨ ਤੇ ਲੱਗੇ ਹੋਏ ਸੀ ਕਿ ਅਲਗਾਵਵਾਦੀ, ਉਗਰਵਾਦੀ ਇਹ ਅਸੀਂ ਨਹੀਂ, ਅਸੀਂ ਸੱਤਵਾਦੀ ਹਾਂ, 39 ਸਾਲਾਂ ਬਾਅਦ ਹਿੰਦੁਸਤਾਨ ਦੀ ਹਕੂਮਤ ਕਟਹਿਰੇ 'ਚ ਖੜੀ ਹੈ। ਤੇ ਸਿੱਖਾਂ ਦੀ ਗੱਲ ਤੁਸੀਂ ਇੰਟਰਨੈਸ਼ਨਲ ਮੀਡੀਆ ਲਗਾਤਾਰਤਾ ਨਾਲ, ਨਹੀਂ ਤਾਂ ਕੋਈ ਸਟੋਰੀ ਇੱਦਾਂ ਦੇ ਇੰਨੇ ਦਿਨ ਨਹੀਂ ਚੱਲਦੀ ਹੈ ਜਿਵੇਂ ਮੇਨ ਸਟ੍ਰੀਮ ਇਹਨਾਂ ਦੇ ਵੈਸਟਰਨ ਮੀਡੀਆ ਦੇ ਵਿੱਚ ਚੱਲ ਰਹੀ ਹੈ। ਹੁਣ ਇਹ ਹੈ ਜਦੋਂ ਧਰਤੀ ਦਾ ਖਮੀਰ ਬਦਲਦਾ ਹੈ ਤੇ ਇਸ ਕਿਸਮ ਦਾ ਇੱਕ ਅੱਧਾ ਵਾਕਿਆ ਜਿਹੜਾ ਹੈ ਉਹ ਸਾਰੇ ਨੂੰ ਬਦਲ ਕੇ ਰੱਖ ਦਿੰਦਾ ਹੈ। ਮੈਨੂੰ ਯਾਦ ਹੈ 5 ਤੇ 6 ਜੂਨ ਦੀ ਰਾਤ ਜਿਹੜੀ ਜੰਗ, ਜਿਹਨੂੰ ਬੈਟਲ ਆਫ ਅਕਾਲ ਤਖਤ, ਮਿਸਿਸ ਗਾਂਧੀਜ਼ ਲਾਸਟ ਬੈਟਲ, ਉਹਨੇ ਮਾਰਕ ਟਲੀ ਔਰ ਸਤੀਸ਼ ਜੈਕਬ ਨੇ ਕਿਹਾ, ਉਹਨਾਂ ਜ਼ਮਾਨਿਆਂ 'ਚ ਇੰਡੀਅਨ ਐਕਸਪ੍ਰੈਸ 'ਚ ਇੱਕ ਮੁਸਲਮਾਨ ਦਿੱਲੀ ਬੇਸਡ ਸੀ, ਉਹਨੇ ਇੱਕ ਚਿੱਠੀ ਲਿਖੀ, ਉਹਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ wrote the history of coming hundreds of years on the night of June 5th, ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ 5 ਜੂਨ ਦੀ ਰਾਤ ਨੂੰ ਲਿਖਿਆ। ਹੁਣ ਇਹ ਹੈ ਜਿਹੜਾ ਹਿਸਟਰੀ ਦਾ ਟਰਨ ਬਦਲ ਜਾਣਾ। ਜੇ 5 ਸਦੀਆਂ ਦਾ ਵੈਰ ਕਮਾਇਆ ਤੇ ਵੈਰੀ ਆਇਡੈਂਟੀਫਾਈ ਵੀ 5 ਸਦੀਆਂ ਬਾਅਦ ਹੋਇਆ। ਤੇ ਸਿੱਖਾਂ ਨੇ ਇੱਕ ਨਵਾਂ ਕੋਰਸ ਹਿਸਟਰੀ ਦਾ ਲਿਆ, ਉਹ ਆਜ਼ਾਦੀ ਦਾ ਕੋਰਸ ਸੀ। ਉਸ ਦਾ ਪਿਛਲੇ 2 ਦਿਨਾਂ ਤੋਂ ਤੁਸੀਂ ਸਭ ਨੇ ਬੜੇ ਹੀ ਡਿਸਪਲਿਨਡ ਢੰਗ ਦੇ ਨਾਲ, ਬੜੇ ਹੀ ਜ਼ਾਬਤੇ ਵਿੱਚ ਰਹਿੰਦੇ ਆ ਜਿਵੇਂ ਵਿਚਾਰਾਂ ਕੀਤੀਆਂ ਨੇ। ਸੱਚਮੁੱਚ ਬੇਸ਼ੱਕ ਉਹ ਬਹੁਤ ਵਾਰ ਪਿਛਲੇ ਮਸਤਾਨਾ ਫਿਲਮ 'ਚ ਵੀ ਜ਼ਿਕਰ ਹੁੰਦਾ ਸੀ ਵੀ ਨਕਲੀਆਂ ਨੇ ਇੱਕ ਉਹ ਨਕਲਪਣਾ ਕਰਦੇ ਉਹਨਾਂ ਦੇ ਵਿੱਚ ਸਿੱਖੀ ਸਪਿਰਿਟ ਆਈ। ਮੈਂ ਕਿਹਾ ਵੀ ਅਸੀਂ ਅਜੇ ਪਾਰਲੀਮੈਂਟ ਵੱਲ ਵੱਧ ਰਹੇ ਹਾਂ,
ਪਰ ਜਿਸ ਅੰਦਾਜ਼ ਦੇ ਵਿੱਚ ਸੱਚਮੁੱਚ ਮਹਿਸੂਸ ਹੋ ਰਿਹਾ ਸੀ ਕਿ ਭਾਈ ਸਾਡੇ ਆਜ਼ਾਦ ਮੁਲਕ ਦੀ ਪਾਰਲੀਮੈਂਟ ਹੈ, ਸਾਰੇ ਆਪੋ ਆਪਣੇ ਵਿਚਾਰ ਦੇ ਰਹੇ ਨੇ, ਡਿਸਐਗਰੀ ਵੀ ਹੋਣਾ ਬੇਸ਼ੱਕ ਕੁਛ ਪਾਰਟ 5% ਪ੍ਰੈਜੈਂਟੇਸ਼ਨਸ ਐਸੀਆਂ ਹੋਣਗੀਆਂ ਜਿਹੜੀਆਂ ਮੇਨ ਸਟ੍ਰੀਮ ਤੋਂ ਥੋੜ੍ਹੇ ਜਿਹੇ ਪਾਸੇ ਜਾ ਕੇ ਸੀ, ਪਰ ਇਹ ਡਾਇਲੋਗ ਇਹ ਸਿੱਖੀ ਦਾ ਮੂਲ ਹੈ। ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਦਗੀ ਡਾਇਲੋਗ ਕੀਤਾ ਤੇ ਫਰਮਾਇਆ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ, ਸਾਡੇ 'ਚ ਸੁਣਨ ਦਾ ਮਾਦਾ ਬਹੁਤ ਘਟ ਗਿਆ ਹੈ। ਇਹੀ ਕਾਰਨ ਹੈ ਕਿ ਅਸੀਂ ਬਹੁਤ ਵਾਰ ਜਿਹੜੇ ਛੋਟੇ ਛੋਟੇ ਮਸਲੇ ਵੀ ਗੁਰਦੁਆਰਿਆਂ ਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਸੁਲਝਾ ਨਹੀਂ ਸਕਦੇ, ਤੇ ਡਾਇਲੋਗ ਹੀ ਗੁਰੂ ਸਾਹਿਬ ਨੇ ਕਿਹਾ ਵੀ ਦੁਨੀਆ ਜੇ ਰਹਿਣਾ ਪਹਿਲਾਂ ਸੁਣਨ ਦਾ ਮਾਦਾ ਲਓ, ਫਿਰ ਕਹਿਣ ਦਾ ਰੱਖੋ। ਉਸ 'ਚੋਂ ਸਾਡਾ ਇਹ ਸਟਰੈਂਥ ਨਿਕਲਦੀ ਹੈ। ਔਰ ਅੱਜ ਮੈਂ ਸਮਝਦਾ ਹਾਂ ਵੀ ਚੌਥਾ ਸੈਸ਼ਨ ਕਾਮਯਾਬੀ ਸਹਿਤ ਨੇਪਰੇ ਚੜ੍ਹਿਆ। ਜਿਵੇਂ ਅੱਡ ਅੱਡ ਕੰਟੀਨੈਂਟ, ਬੇਸ਼ੱਕ 10 ਮੁਲਕ ਕਿਹਾ ਜਾ ਰਿਹਾ, ਮੈਂ ਸਮਝਦਾ ਨਾਰਥ ਅਮਰੀਕਾ ਵੀ, ਯੂਰਪ ਵੀ, ਔਰ ਸਬ ਕੰਟੀਨੈਂਟ ਦੀ ਵੀ ਰਿਪਰੈਜ਼ੈਂਟੇਸ਼ਨ, ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਮੈਸੇਜ, ਔਰ ਉਸ ਦੇ ਨਾਲ ਜੁੜਿਆ ਹੋਇਆ ਦੁਨੀਆ ਭਰ ਦੇ ਵਿੱਚ ਜਿਹੜੀ ਅੱਜ ਇਹ ਆਵਾਜ਼ ਜਿਹੜੀ ਸੱਚਮੁੱਚ ਜਦੋਂ ਉਹਨਾਂ ਨੇ ਅਕਾਲ ਤਖਤ ਖੰਡਰਾਤ ਬਣਾਇਆ ਸੀ ਦੁਸ਼ਮਣ ਨੇ, ਅਜੇ ਵੀ ਮੈਨੂੰ ਯਾਦ ਹੈ ਮੀਡੀਆ 'ਚ ਆਇਆ ਕਿ ਉਸ ਪਾਵਰ ਦੇ ਗਲਿਆਰਿਆਂ 'ਚ ਜੋਕ ਕਰਦੇ ਆ ਇਹ ਮੈਂਬਰ ਪਾਰਲੀਮੈਂਟ ਸਾਰੀਆਂ ਧਿਰਾਂ ਦੇ ਹੀ ਇਹ ਕਹਿੰਦੇ ਸੀ ਕਿ ਸਿੱਖ ਤੇ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ 39 ਸਾਲ ਬਾਅਦ ਖਾਲਸਾ ਤਾਂ ਉੱਥੇ ਹੀ ਖੜਾ ਹੈ। ਖਾਲਸੇ ਦੇ ਰਾਜ ਦਾ ਕਨਸੈਪਟ ਵੀ ਅੱਗੇ ਵਧਿਆ। ਖਾਲਸੇ ਨੇ ਦੁਨੀਆ ਭਰ ਦੇ ਵਿੱਚ ਦੇਗ ਤੇ ਤੇਗ ਦੋਨਾਂ ਦੀਆਂ ਧੁੰਬਾਂ ਪਾਈਆਂ ਨੇ। ਅੱਜ ਸਿਰਫ 2 ਵਰਲਡ ਵਾਰਸ ਦੀਆਂ ਕੁਰਬਾਨੀਆਂ ਦੀ ਗੱਲ ਨਹੀਂ ਹੁੰਦੀ। ਜੇ 1984 ਤੋਂ 1995 ਤੱਕ ਖਾਲਸੇ ਦੀ ਤੇਗ ਦੇ ਜੌਹਰ ਕਿਸੇ ਨੇ ਦੇਖਣੇ ਹੋਣ, ਅੱਜ ਜਦੋਂ ਅਸੀਂ ਇਤਿਹਾਸ ਸਾਡਾ ਮੁਲਕ ਹੋਏਗਾ, ਆ ਜਿੰਨੀਆਂ ਹਾਲੀਵੁੱਡ ਔਰ ਦੂਸਰਿਆਂ ਦੀਆਂ ਨੇ, ਕੱਲਾ ਕੱਲਾ ਸਾਡਾ ਨਾਇਕ ਹੈ। ਸਾਨੂੰ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋਆਣਿਆਂ ਤੇ ਮਲਟੀਪਲ ਕਿੰਨੇ ਕਰੈਕਟਰ ਨੇ, ਔਰ ਉਹਨਾਂ ਦੀ ਰਿਪਰੈਜ਼ੈਂਟੇਸ਼ਨ, ਉਹਨਾਂ ਦੀ ਆਵਾਜ਼ ਜਿਹੜੀ ਕਿ ਇਹ ਵਰਲਡ ਸਿੱਖ ਪਾਰਲੀਮੈਂਟ ਦੇ ਰੂਪ 'ਚ 2015 ਦੇ ਸਰਬੱਤ ਖਾਲਸੇ ਦੇ ਰੈਜ਼ੋਲੂਸ਼ਨ 'ਚੋਂ ਨਿਕਲੀ। ਸੱਚਮੁੱਚ ਤੁਸੀਂ ਸਾਰੇ ਧੰਨਤਾ ਦੇ ਯੋਗ ਹੋ, ਵਧਾਈ ਦੇ ਪਾਤਰ ਹੋ। ਡਿਫਿਕਲਟੀਜ਼ ਨੇ, ਮੈਂ ਕੱਲ੍ਹ ਵੀ ਇਹ ਸ਼ੇਅਰ ਕਿਹਾ ਸੀ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ 'ਤੇ ਪੰਡਾਂ ਭਾਰੀਆਂ ਨੇ। ਬੇਸ਼ੱਕ ਪੰਡ ਭਾਰੀ ਹੈ, ਹਨੇਰਾ ਵੀ ਹੈ, ਰਸਤਾ ਵੀ ਜਿਹੜਾ ਹੈ ਉਹ ਟੁੱਟਾ ਭੱਜਾ ਹੈ, ਲੇਕਿਨ ਜਦੋਂ ਝਲਕ ਹੈ ਔਰ ਉਸ ਦੇ ਨਾਲ ਜਿਹੜਾ ਸਾਡਾ ਸੰਕਲਪ ਜੁੜ ਜਾਂਦਾ ਹੈ, ਜਿਹੜਾ ਸਾਡੀ ਧਰਤੀ 'ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਲਿਬਰੇਸ਼ਨ ਦਾ ਹੈ, ਜਿਸ ਦੇ ਉੱਤੇ ਸਟੈਂਪ 18ਵੀਂ ਸਦੀ ਦੇ ਖਾਲਸੇ ਨੇ ਲਾਈ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਕਿ ਪੰਜਾਬ ਦੀ ਦੌਲਤ, ਪੰਜਾਬ ਦੇ ਰਿਸੋਰਸ ਖਾਲਸੇ ਦੇ ਨੇ, ਔਰ ਇਹ ਦੱਖਣ ਤੋਂ ਆਉਣ ਵਾਲੇ ਤੇ ਪੱਛਮ ਤੋਂ ਆਉਣ ਵਾਲੇ ਲੁਟੇਰੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈ। ਅੱਜ ਤਾਂ ਇਹ ਗੰਗਾ ਜਮਨੀ ਤਹਿਜ਼ੀਬ ਵਾਲੇ ਸਾਨੂੰ ਲੁੱਟ ਰਹੇ ਨੇ। ਤੁਹਾਨੂੰ ਬਹੁਤ ਬਹੁਤ ਮੁਬਾਰਕ। ਔਰ ਖਾਸ ਤੌਰ 'ਤੇ ਮੈਂ ਭਾਈ ਹਿੰਮਤ ਸਿੰਘ, ਜਿਨ੍ਹਾਂ ਨੇ ਸੱਚਮੁੱਚ ਹੀ ਨਾਂ ਦੇ ਨਾਲ ਇਨਸਾਫ ਕਰਦੇ ਨੇ ਆਪਣੀ ਸਾਰੀ ਟੀਮ ਦੇ ਨਾਲ, ਜਿਵੇਂ ਸਕਸੈਸਫੁਲੀ ਬਹੁਤ ਸਾਰੀ ਸਟ੍ਰੈਸ ਲੈ ਕੇ, ਬਹੁਤ ਸਾਰੀ ਮਿਹਨਤ ਕਰਕੇ ਇਹ ਸਾਰੇ ਨੂੰ ਆਰਗੇਨਾਈਜ਼ ਕੀਤਾ। ਤੁਸੀਂ ਸਾਰੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਇਸ ਸੈਸ਼ਨ ਨੂੰ ਐਡਜੋਰਨ ਕੀਤਾ ਜਾਂਦਾ ਔਰ ਅਗਲੀ ਜਿਹੜਾ ਨੈਕਸਟ ਸੈਸ਼ਨ ਦੇ ਲਈ ਭਾਈ ਹਿੰਮਤ ਸਿੰਘ ਜਿਵੇਂ ਵੀ ਕੋਈ ਕੰਸੈਂਸਸ ਬਣਾਈ ਹੋਏਗੀ ਕਿ ਕਿੱਥੇ ਕਿਵੇਂ, ਇਹ ਮੈਂ ਜ਼ਰੂਰ ਕਹਾਂਗਾ। ਕੱਲ੍ਹ ਵੀ ਮੈਂ ਕਿਹਾ ਸੀ ਪ੍ਰਾਈਵੇਟ ਕਨਵਰਸੇਸ਼ਨ ਕਿ 3-4 ਮਹੀਨੇ ਪਹਿਲਾਂ ਜ਼ਰੂਰ ਡੇਟ ਔਰ ਪਲੇਸ ਡਿਸਾਈਡ ਹੋ ਜਾਣਾ ਚਾਹੀਦਾ, ਤਾਂ ਕਿ ਜਿਹੜੀ ਹੈ ਉਹ ਆਉਣ ਵਾਲਿਆਂ ਦੇ ਲਈ ਵੀ ਸਹੂਲਤ ਰਹੇ ਔਰ ਪਾਰਟਿਸਿਪੇਸ਼ਨ ਵੱਡੇ ਪੈਮਾਨੇ 'ਤੇ ਹੋਏ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।